ਪਹਿਲਾਂ ਲੋਕ ਸਾਨੂੰ ਆਪ ਆਵਾਜ਼ਾਂ ਮਾਰਦੇ ਹੁੰਦੇ ਸੀ ਵੀ ਸਾਡੇ ਕੋਲ ਆਓ। ਹੁਣ ਉਹ ਅਕਾਲੀ ਦਲ ਅੱਜ ਮਿੰਨਤਾਂ ਕਰਦਾ ਫਿਰਦਾ ਲੋਕਾਂ ਦੀ, ਯਾਰ ਕੁਛ ਤਾਂ ਪਾ ਦਿਓ। ਕੋਈ ਟਾਈਮ ਸੀ ਅਕਾਲੀ ਦਲ ਦੀ ਟਿਕਟ ਲੈਣ ਵਾਸਤੇ ਲੋਕ ਲਾਈਨਾਂ 'ਚ ਲੱਗਦੇ ਸੀਗੇ, ਅੱਜ ਕੀ ਹਾਲਾਤ ਨੇ, ਲੁਕਦੇ ਫਿਰਦੇ ਆ ਲੋਕ। ਇਹੀ ਹਾਲ ਕਾਂਗਰਸ ਦਾ। ਹੁਣ ਕਾਂਗਰਸ ਨੇ ਪਹਿਲਾਂ ਕਹਿੰਦੇ ਵੀ ਨਵੀਆਂ ਟਿਕਟਾਂ ਦੇਵਾਂਗੇ, ਨਵੇਂ ਬੰਦੇ ਬਦਲਾਂਗੇ, ਹੁਣ ਕਿਹੜਿਆਂ ਨੂੰ ਦਿੱਤੀਆਂ ਨੇ? ਉਹੀ ਬੰਦੇ ਫੇਰ ਆ ਗਏ ਦੁਬਾਰਾ। ਕੇਜਰੀਵਾਲ ਸਾਹਿਬ ਕਹਿੰਦੇ ਨੇ ਵੀ 1000 ਰੁਪਇਆ ਮਹੀਨਾ ਸੀ ਜਿਹੜੀ 18 ਸਾਲ ਤੋਂ ਉੱਪਰ ਲੇਡੀ ਹੈਗੀ ਆ ਅਸੀਂ ਉਹਨਾਂ ਨੂੰ ਦੇਵਾਂਗੇ। ਮੈਨੂੰ ਐ ਤਾਂ ਦੱਸਣ ਦੇਣਗੇ ਕਿੱਥੋਂ 3,25,000 3,00,000 ਕਰੋੜ ਦਾ ਪੰਜਾਬ ਕਰਜ਼ਈ ਹੈ। 75,000 ਸਾਡੀ 62,000 ਕੇ 65,000 ਸਾਡੀ ਐਨੂਅਲ ਇਨਕਮ ਹੈ, 75,000 ਸਾਡੇ ਖਰਚੇ ਨੇ, ਤੇ ਇਹ 82,000 ਕਰੋੜ ਰੁਪਏ ਦਾ ਜਿਹੜਾ ਨਵਾਂ ਬਜਟ ਹੈ ਇਹ ਕਿਵੇਂ ਕਰ ਦੇਣਗੇ? ਦੇਖੋ ਹੁਣ ਮੈਂ ਕਾਂਗਰਸ ਦੇ ਵਿੱਚ ਰਿਹਾ, ਸਾਡੇ ਤੇ ਚੋਣ ਪ੍ਰਚਾਰ ਦਾ ਇਹ ਜ਼ੋਰ ਹੁੰਦਾ ਸੀਗਾ ਕਿ ਤੁਸੀਂ ਘਰ ਘਰ ਨੌਕਰੀ ਦੀ ਗੱਲ ਕਰੋ, ਤੁਸੀਂ ਇਕੱਲੇ ਨੂੰ ਕਹੋ ਕਿ ਅਸੀਂ ਇਹਨਾਂ ਨੂੰ ਲੈਪਟਾਪ ਦੇਵਾਂਗੇ, ਘਰ ਘਰ ਨੌਕਰੀ ਦੇਵਾਂਗੇ, ਉਹ ਕਿਸੇ ਨੂੰ ਨਹੀਂ ਮਿਲੀ। ਅੱਜ ਜਿੰਨੀਆਂ ਵੀ ਰਵਾਇਤੀ ਪਾਰਟੀਆਂ ਨੇ ਉਹ ਸਿਰਫ ਤੇ ਸਿਰਫ ਇੱਕੋ ਇੰਡਸਟਰੀ ਰਹਿ ਗਈ ਸੀਗੀ, ਖੇਤੀਬਾੜੀ, ਜਿਹੜੀ ਮੁਨਾਫੇ ਦੀ ਇੰਡਸਟਰੀ ਹੁੰਦੀ ਸੀਗੀ। ਅੱਜ ਇਹਨਾਂ ਲੋਕਾਂ ਨੇ ਉਹਨੂੰ ਘਾਟੇ ਦੀ ਇੰਡਸਟਰੀ ਬਣਾ ਕੇ ਤੇ ਉਹਨੂੰ ਕੈਪਚਰ ਕਰਨਾ ਚਾਹੁੰਦੇ ਨੇ। ਕਾਂਗਰਸ ਪਾਰਟੀ ਵਿੱਚ ਰਹੇ ਪਹਿਲਾਂ ਕੁਲਜੀਤ ਨਾਗਰਾ ਜੀ ਦੇ ਨਾਲ, ਪਾਰਟੀ ਛੱਡੀ ਕਿਉਂ? ਸਾਡੇ ਹਲਕੇ ਦੇ ਵਿੱਚ ਜਿੰਨੇ ਵੀ ਕਾਂਗਰਸ ਦੇ ਮੇਨ ਵਰਕਰ ਸੀਗੇ ਉਹ ਸਾਰੇ ਇੰਨੇ ਕੁ ਦੁਖੀ ਕਰਤੇ 5 ਸਾਲਾਂ ਦੇ ਵਿੱਚ ਕਿ ਕਿਸੇ ਦੀ ਕੋਈ ਸੁਣਵਾਈ ਉਹ ਨਹੀਂ ਹੋਈ। ਉਲਟ ਕਦੇ ਸੋਚਿਆ ਵੀ ਜਿਹੜਾ ਪਾਰਟੀ ਦਾ ਵਰਕਰ ਜਿਹੜਾ ਹੈੱਡ ਚੱਲਿਆ ਹੋਵੇ ਨਾਲ ਤੇ ਉਹਦੇ ਖਿਲਾਫ ਮੁਕੱਦਮੇ ਦਰਜ ਹੋਣ? ਮੈਂ ਕਹਿੰਦਾ ਜੀ ਉਰੇ ਸ਼ਾਇਦ ਨਾਗਰਾ ਸਾਹਿਬ ਦੀ ਘੱਟ ਚੱਲੀ ਹੋਵੇ ਤੇ ਉਹਨਾਂ ਦੀ ਵਾਈਫ ਦੀ। ਤੁਸੀਂ ਕਿ ਮੇਰੇ ਤੋਂ ਇਲਾਵਾ ਜਿੱਥੇ ਮਰਜ਼ੀ ਜਾ ਕੇ ਕੈਮਰਾ ਘੁਮਾ ਕੇ ਦੇਖ ਲਿਓ, ਜਿਹਨੂੰ ਮਰਜ਼ੀ ਪੁੱਛ ਲਿਓ। ਮੈਂ ਕਹਿੰਦਾ ਤੁਸੀਂ ਅੱਖਾਂ ਤੇ ਪੱਟੀ ਬੰਨ੍ਹ ਕੇ ਚਲੇ ਜਾਇਓ। ਅੱਖਾਂ ਤੇ ਜਦੋਂ ਪੱਟੀ ਖੋਲੋਗੇ, ਫਤਿਹਗੜ੍ਹ ਸਾਹਿਬ ਹਲਕੇ ਦਾ ਕੋਈ ਮੈਂਬਰ ਹੋਣਾ ਚਾਹੀਦਾ ਜਾਂ ਉਹਦਾ ਵੋਟਰ ਹੋਣਾ ਚਾਹੀਦਾ। ਤੁਸੀਂ ਉਹਨੂੰ ਪੁੱਛੋਗੇ ਵੀ ਕੀ ਭਾਈ ਤੁਸੀਂ ਕਿਹਨੂੰ ਜ਼ਿਆਦਾ ਸਪੋਰਟ ਕਰਦੇ ਹੋ? ਇਸ ਹਲਕੇ ਦੇ ਵਿੱਚ ਦਖਲਅੰਦਾਜ਼ੀ ਜ਼ਿਆਦਾ ਐਮਐਲਏ ਸਾਹਿਬ ਦੀ ਸੀਗੀ, ਉਹਨਾਂ ਦੀ ਪਤਨੀ ਦੀ ਸੀ, ਤੇ ਉਹ ਤੁਹਾਨੂੰ ਜਦੇ ਕਹਿਣਗੇ ਯਾਰ ਬਸ ਜੀ ਹੁਣ ਤੁਸੀਂ ਸਾਤੇ ਪੁੱਛੋ ਨਾ। ਜਦੋਂ ਸਿਮਰਤੀ ਇਰਾਨੀ ਉਹਨੇ ਸਿਲੰਡਰ ਸਿਰ ਦੇ ਉੱਤੇ ਰੱਖ ਕੇ ਰੌਲਾ ਪਾਉਂਦੇ ਸੀ ਡਾਕਟਰ ਮਨਮੋਹਨ ਸਿੰਘ ਦੇ ਖਿਲਾਫ, ਇੰਨੇ ਦਾ ਸਿਲੰਡਰ ਹੋ ਗਿਆ, ਇੰਨੇ ਦਾ, ਉਹ ਤਾਂ 200-250 ਰੁਪਏ ਦਾ ਸਿਲੰਡਰ ਸੀਗਾ, ਹੁਣ 1000 ਨੂੰ ਹੋਇਆ ਫਿਰਦਾ। ਹੁਣ ਕਿਉਂ ਨਹੀਂ ਰੌਲਾ ਪਾਉਂਦੇ? ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਪੰਜਾਬ ਦੇ ਵਿੱਚ ਚੋਣਾਂ ਤੋਂ ਲਗਾਤਾਰ ਹੀ ਪ੍ਰਚਾਰ ਹੁੰਦਾ ਜਾ ਰਿਹਾ ਹੈ। ਕੋਵਿਡ ਕਾਰਨ ਕੋਈ ਰੈਲੀਆਂ ਕਰਨ ਦੀ ਇਜਾਜ਼ਤ ਤਾਂ ਨਹੀਂ ਹੈਗੀ, ਪਰ ਪ੍ਰਚਾਰ ਹੋ ਰਿਹਾ, ਡੋਰ ਟੂ ਡੋਰ ਜਾ ਕੇ ਕੰਪੇਨ ਹੋ ਰਹੀ ਹੈ। ਤੇ ਸਾਡੇ ਨਾਲ ਮੌਜੂਦ ਨੇ ਸਰਬਜੀਤ ਸਿੰਘ ਮੱਖਣ, ਉਹਨਾਂ ਨਾਲ ਗੱਲਬਾਤ ਕਰਾਂਗੇ। ਸੰਯੁਕਤ ਸਮਾਜ ਮੋਰਚੇ ਵੱਲੋਂ ਸੀਟ ਦਿੱਤੀ ਗਈ ਹੈ, ਚੜੂਨੀ ਸਾਹਿਬ ਨੂੰ 10 ਸੀਟਾਂ ਮਿਲੀਆਂ ਸੀ ਤੇ ਇੱਕ ਸੀਟ ਫਤਿਹਗੜ੍ਹ ਸਾਹਿਬ ਦੀ ਵੀ ਮਿਲੀ ਸੀ। ਫਤਿਹਗੜ੍ਹ ਸਾਹਿਬ ਤੋਂ ਚੜੂਨੀ ਸਾਹਿਬ ਵੱਲੋਂ ਜਿਹੜੀ ਕਿ ਸਮਝੌਤਾ ਆਇਆ ਸੀ 10 ਸੀਟਾਂ ਦੇ, ਸਰਬਜੀਤ ਸਿੰਘ ਮੱਖਣ ਖੜੇ ਨੇ। ਇਸ ਹਲਕੇ ਦੇ ਵਿੱਚ ਐਮਐਲਏ ਬਣੇ ਨੇ ਪਿਛਲੇ 2007 ਤੋਂ ਲੈ ਕੇ ਹੁਣ ਦੀ ਗੱਲ ਕਰੀਏ ਤਾਂ ਸਾਰੇ ਬਾਹਰ ਵਾਲੇ ਐਮਐਲਏ ਸੀ। ਜੇ ਕੁਲਜੀਤ ਨਾਗਰਾ ਦੀ ਗੱਲ ਕਰੀਏ ਉਹ ਮੋਹਾਲੀ ਤੋਂ ਆਉਂਦੇ ਨੇ, ਤਾਂ ਸਰਬਜੀਤ ਇਹ ਵੀ ਹੁਣ ਚਰਚਾ ਕਰ ਰਹੇ ਸੀ ਜਦੋਂ ਗੱਲਬਾਤ ਚੱਲ ਰਹੀ ਸੀ ਕਿ ਲੋਕਲ ਬੰਦਾ ਹੋਣਾ ਚਾਹੀਦਾ। ਇਹ ਇੱਥੇ ਹੁਣ ਮੌਜੂਦ ਨੇ ਕਿ ਵਾਕਈ ਜਦੋਂ ਕੋਈ ਬਾਹਰੋਂ ਬੰਦਾ ਆ ਕੇ ਐਮਐਲਏ ਬਣ ਜਾਂਦਾ ਤੇ ਕੰਮ ਰੁਕ ਜਾਂਦੇ ਨੇ ਜਾਂ ਕੰਮ ਹੁੰਦੇ ਨਹੀਂ। ਉਹ ਕੁਲਜੀਤ ਨਾਗਰਾ ਨਾਲ ਪਹਿਲਾਂ ਹੁੰਦੇ ਸੀ, ਕਾਂਗਰਸ ਪਾਰਟੀ ਦੇ ਵਿੱਚ ਛੱਡ ਦਿੱਤੀ ਪਾਰਟੀ, ਉਹਦੀ ਵਜ੍ਹਾ ਜਾਣਾਂਗੇ। ਉਹਦੇ ਮੁੱਦੇ ਕੀ ਨੇ, ਮੇਨ ਚਰਚਾ ਹੋਣੀ ਚਾਹੀਦੀ, ਮੁੱਦੇ ਕੀ ਨੇ। ਹਰ ਇੱਕ ਹਲਕੇ ਦੇ ਵਿੱਚ ਉਮੀਦਵਾਰ ਜੇ ਖੜਦਾ ਕਿ ਮੁੱਦਿਆਂ ਦੀ ਗੱਲ ਹੁੰਦੀ ਹੈ, ਮੁੱਦੇ ਕੀ ਨੇ, ਮੁੱਦਿਆਂ ਤੇ ਆਪਾਂ ਗੱਲਬਾਤ ਕਰਾਂਗੇ। ਸਰਬਜੀਤ ਸਿੰਘ ਸਾਡੇ ਨਾਲ ਮੌਜੂਦ ਨੇ। ਭਾਈ ਬਾਬਾ ਸਵਾਗਤ ਹੈ ਪੰਜਾਬ ਨਿਊਜ਼ ਤੇ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਪਹਿਲਾਂ ਮੈਂ ਸਵਾਲ ਹੀ ਹੈ ਕਿ ਤੁਸੀਂ ਕਾਂਗਰਸ ਪਾਰਟੀ ਵਿੱਚ ਰਹੇ ਪਹਿਲਾਂ ਕੁਲਜੀਤ ਨਾਗਰਾ ਜੀ ਦੇ ਨਾਲ, ਪਾਰਟੀ ਛੱਡੀ ਕਿਉਂ? ਪਾਰਟੀ ਛੱਡੀ ਕਿਉਂ ਜੀ? ਪਾਰਟੀ ਦੇ ਵਿੱਚ ਅਸਲ ਦੇ ਵਿੱਚ ਅਸੀਂ ਕੁਲਜੀਤ ਸਿੰਘ ਨਾਗਰਾ ਦੀ ਬਹੁਤ ਵੱਡੀ ਸਪੋਰਟ ਕਰਕੇ ਇੱਥੇ ਉਹਨਾਂ ਨੂੰ ਜਿਤਾਇਆ ਸੀਗਾ। ਕੱਲੇ ਪਿੰਡ ਦੇ ਵਿੱਚ, ਕੱਲੇ ਮੁਹੱਲੇ ਦੇ ਵਿੱਚ, ਕੱਲੇ ਐਮਸੀ ਏਰੀਆ ਦੇ ਵਿੱਚ ਘੁੰਮ ਕੇ ਅਸੀਂ ਉਹਨਾਂ ਨੂੰ ਜਿਤਾਇਆ ਸੀ। ਪਰ ਉਹਨਾਂ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਸੀ ਕਿ ਉਹਨਾਂ ਦੀ ਧਰਮ ਪਤਨੀ ਨੇ ਜਿਹੜੇ, ਉਹਨਾਂ ਦੀ ਦਖਲਅੰਦਾਜ਼ੀ ਇੰਨੀ ਜ਼ਿਆਦਾ ਸੀ ਕਿ ਮਤਲਬ ਸਾਡੇ ਹਲਕੇ ਦੇ ਵਿੱਚ ਜਿੰਨੇ ਵੀ ਕਾਂਗਰਸ ਦੇ ਮੇਨ ਵਰਕਰ ਸੀਗੇ ਉਹ ਸਾਰੇ ਇੰਨੇ ਕੁ ਦੁਖੀ ਕਰਤੇ 5 ਸਾਲਾਂ ਦੇ ਵਿੱਚ ਕਿ ਕਿਸੇ ਦੀ ਕੋਈ ਸੁਣਵਾਈ ਉਹ ਨਹੀਂ ਹੋਈ। ਉਲਟ ਕਦੇ ਸੋਚਿਆ ਵੀ ਜਿਹੜਾ ਪਾਰਟੀ ਦਾ ਵਰਕਰ ਜਿਹੜਾ ਹੈੱਡ ਚੱਲਿਆ ਹੋਵੇ ਨਾਲ ਤੇ ਉਹਦੇ ਖਿਲਾਫ ਮੁਕੱਦਮੇ ਦਰਜ ਹੋਣ? ਸਿਰਫ ਤੇ ਸਿਰਫ ਇੱਥੇ ਰਾਜਨੀਤੀ ਕੀ ਹੋਈ ਹੈ ਕਿ ਦਬਾਅ ਦੀ ਰਾਜਨੀਤੀ, ਵੀ ਮੁਕੱਦਮਾ ਦਰਜ ਕਰਾਓ ਫਿਰ ਸਾਡੇ ਨਾਲੇ ਡਰਦੇ ਮਾਰੇ ਨਾਲ ਰਹਿਣਗੇ, ਇਸ ਕਰਕੇ ਫਿਰ ਅਸੀਂ ਇਹਨਾਂ ਤੋਂ ਵੋਟਾਂ ਲਵਾਂਗੇ। ਉਹ ਸਾਰੇ ਬੰਦਿਆਂ ਨੇ ਇੱਕ ਫੈਸਲਾ ਕਰ ਲਿਆ ਵੀ ਐਕਤੀ ਇਹਨਾਂ ਦੀ ਸਪੋਰਟ ਨਹੀਂ ਕਰਨੀ ਹੈਗੀ, ਤੇ ਮੈਨੂੰ ਤਾਂ ਮੇਰੀ ਪਾਰਟੀ ਛੱਡਣ ਦਾ ਕਾਰਨ ਇਹ ਬਣਿਆ। ਤੁਸੀਂ ਕਹਿ ਦਿਓ ਕਿ ਉਹਨਾਂ ਦੀ ਧਰਮ ਪਤਨੀ ਦਾ ਦਬਦਬਾ ਸੀ। ਵੈਸੇ ਕਹਿੰਦੇ ਵੀ ਪਤੀ
ਜੇ ਬਣ ਜਾਂਦਾ ਐਮਐਲਏ ਤੇ ਪਤੀ ਖੁਦ ਦੇਖਦਾ, ਪਰ ਤੁਸੀਂ ਉਲਟ ਕਹਿ ਰਹੇ ਹੋ। ਮੈਂ ਕਹਿੰਦਾ ਜੀ ਉਰੇ ਸ਼ਾਇਦ ਨਾਗਰਾ ਸਾਹਿਬ ਦੀ ਘੱਟ ਚੱਲੀ ਹੋਵੇ ਤੇ ਉਹਨਾਂ ਦੀ ਵਾਈਫ ਦੀ, ਤੁਸੀਂ ਕਿ ਮੇਰੇ ਤੋਂ ਇਲਾਵਾ ਜਿੱਥੇ ਮਰਜ਼ੀ ਜਾ ਕੇ ਕੈਮਰਾ ਘੁਮਾ ਕੇ ਦੇਖ ਲਿਓ, ਜਿਹਨੂੰ ਮਰਜ਼ੀ ਪੁੱਛ ਲਿਓ। ਮੈਂ ਕਹਿੰਦਾ ਮੈਂ ਤੁਸੀਂ ਅੱਖਾਂ ਤੇ ਪੱਟੀ ਬੰਨ੍ਹ ਕੇ ਚਲੇ ਜਾਇਓ। ਅੱਖਾਂ ਤੇ ਜਦੋਂ ਪੱਟੀ ਖੋਲੋਗੇ, ਫਤਿਹਗੜ੍ਹ ਸਾਹਿਬ ਹਲਕੇ ਦਾ ਕੋਈ ਮੈਂਬਰ ਹੋਣਾ ਚਾਹੀਦਾ ਜਾਂ ਉਹਦਾ ਵੋਟਰ ਹੋਣਾ ਚਾਹੀਦਾ, ਤੁਸੀਂ ਉਹਨੂੰ ਪੁੱਛੋਗੇ ਵੀ ਕੀ ਭਾਈ ਤੁਸੀਂ ਕਿਹਨੂੰ ਜ਼ਿਆਦਾ ਸਪੋਰਟ ਕਰਦੇ ਹੋ। ਇਸ ਹਲਕੇ ਦੇ ਵਿੱਚ ਦਖਲਅੰਦਾਜ਼ੀ ਜ਼ਿਆਦਾ ਐਮਐਲਏ ਸਾਹਿਬ ਦੀ ਸੀਗੀ, ਉਹਨਾਂ ਦੀ ਪਤਨੀ ਦੀ ਸੀ। ਤੇ ਉਹ ਤੁਹਾਨੂੰ ਜਦੇ ਕਹਿਣਗੇ ਯਾਰ ਬਸ ਜੀ ਹੁਣ ਤੁਸੀਂ ਸਾਤੇ ਪੁੱਛੋ ਨਾ ਵੀ ਜੋ ਕੁਛ ਐਮਐਲਏਸ਼ਿਪ ਚਲਾਈ ਆ ਤਾਂ ਉਹਨਾਂ ਦੇ ਘਰਦਿਆਂ ਨੇ ਚਲਾਈ ਆ। ਹੁਣ ਤੁਹਾਡੀ ਗੱਲ ਕਰੀਏ, ਤੁਸੀਂ ਹੁਣ ਮੁੱਦਿਆਂ ਦੀ ਹੁਣ ਗੱਲ ਵੀ ਕਰ ਰਹੇ ਸੀ ਕਿ ਮੁੱਦੇ ਦੀ ਗੱਲ ਹੋਣੀ ਚਾਹੀਦੀ ਹੈ। ਜੀ ਜੀ। ਫਤਿਹਗੜ੍ਹ ਸਾਹਿਬ ਵਿੱਚੋਂ ਬਾਹਰੋਂ ਕੋਈ ਐਮਐਲਏ ਆ ਕੇ ਬਣ ਜਾਂਦਾ ਤੇ ਵਾਕਈ ਮਸਲੇ ਹੱਲ ਹੋਏ ਨੇ, ਚਾਹੇ ਕੋਈ ਵੀ ਹਲਕਾ, ਜੇ ਕੋਈ ਬਾਹਰੋਂ ਉਮੀਦਵਾਰ ਆ ਕੇ ਖੜਦਾ ਕਿਸੇ ਵੀ ਹਲਕੇ ਦੇ ਵਿੱਚ, ਕੰਮ ਹੁੰਦੇ ਨੇ ਜਾਂ ਜੋ ਲੋਕਾਂ ਦੇ ਮਸਲੇ ਹੱਲ ਹੁੰਦੇ ਨੇ। ਜੇ ਨਾ ਹੁਣ ਆਪਾਂ ਕਰੀਏ ਕਿ ਹੁਣ ਮੈਂ ਆਹ ਪਿੰਡ ਮੇਰਾ, ਇਹ ਮੇਰਾ ਪਿੰਡ ਆ ਮੇਰੇ ਹਲਕੇ 'ਚ, ਜੇ ਮੈਂ ਮੰਨ ਲਓ ਵੀ ਚੰਡੀਗੜ੍ਹ ਤੋਂ ਪਹਿਲੀ ਗੱਲ ਤਾਂ ਮੈਂ ਆਉਂਗਾ ਹੀ 10 ਵਜੇ। ਹੁਣ ਮੈਂ ਇੱਥੇ 7 ਵਜੇ 5 ਵਜੇ 6 ਵਜੇ ਤੋਂ ਬਾਅਦ ਲੋਕਾਂ ਨਾਲ ਮਿਲਣਾ ਸ਼ੁਰੂ ਕਰ ਲੈਂਦਾ ਤੇ ਰਾਤ ਨੂੰ 10 ਵਜੇ ਤੱਕ ਲੋਕ ਮੈਨੂੰ ਆ ਕੇ ਮਿਲਦੇ ਨੇ। ਇਹ ਆਉਂਦੇ ਨੇ 10 ਵਜੇ, ਉੱਥੋਂ ਚੱਲਦੇ ਨੇ 11 ਵਜੇ ਆ ਕੇ ਆਪਣਾ ਦਫ਼ਤਰ ਖੋਲ੍ਹਦੇ ਨੇ। 11 ਵਜੇ ਤੋਂ ਬਾਅਦ ਲੋਕ ਮਿਲਣੇ ਸ਼ੁਰੂ ਹੁੰਦੇ ਨੇ, 5 ਵਜੇ ਨੇ ਫਿਰ ਚਲੇ ਜਾਣਾ ਹੁੰਦਾ ਵਾਪਸ। ਰਹਿੰਦੇ ਨਹੀਂ ਇੱਥੇ? ਬਿਲਕੁਲ ਨਹੀਂ ਜੀ, ਉਹ ਚੰਡੀਗੜ੍ਹ ਹੀ ਰਹਿੰਦੇ ਨੇ। ਉਰੇ ਰਹਿੰਦੇ ਕਦੋਂ ਨੇ? ਜਦੋਂ ਇਲੈਕਸ਼ਨ ਹੁੰਦੀ ਹੈ। ਫਿਰ ਇਲੈਕਸ਼ਨ ਦੇ ਵਿੱਚ ਲੋਕਾਂ ਨੂੰ ਕਹਿੰਦੇ ਸਾਡਾ ਤਾਂ ਆਹ ਘਰ ਹੈ ਜੀ। ਸੋ ਇਹ ਜਿਹੜੇ ਮੁੱਦੇ ਨੇ, ਮੁੱਦੇ ਕਦੇ ਵੀ ਹਲਕੇ ਦੇ ਵਿੱਚ ਰਹਿ ਕੇ ਹੱਲ ਹੁੰਦੇ ਨੇ, ਕਿਉਂਕਿ ਜਦੋਂ ਸਾਡੇ ਕੋਲ ਦਿਨ ਦੇ ਵਿੱਚ ਤਾਂ ਵੈਸੇ ਫੰਕਸ਼ਨਾਂ ਦਾ ਟਾਈਮ ਨਹੀਂ ਹੁੰਦਾ ਹੈਗਾ। ਕਦੇ ਭੋਗ ਤੇ ਚਲੇ ਗਏ, ਕਦੇ ਹਗਾਮੇ ਤੇ ਚਲੇ ਗਏ, ਕਦੇ ਵਿਆਹ ਤੇ ਚਲੇ ਗਏ। ਜੇ ਅਸਲ ਮੀਟਿੰਗਾਂ ਨੇ ਤਾਂ ਜਾਂ ਸਵੇਰੇ ਹੋਣਗੀਆਂ ਜਾਂ ਸ਼ਾਮ ਨੂੰ ਹੋਣੀਆਂ, ਜਿਹੜੀਆਂ ਲੋਕਾਂ ਨਾਲ ਹੋਣੀਆਂ ਨੇ। ਕੀ ਮੁੱਦੇ ਕੀ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ? ਫਤਿਹਗੜ੍ਹ ਸਾਹਿਬ ਦੇ ਮੁੱਦੇ ਜਿਹਨੇ ਚੱਕੇ ਨਹੀਂ ਕਿਸੇ ਨੇ। ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਆ ਔਰ ਦੁਨੀਆ ਦੀ ਵਰਲਡ ਦੀ ਸਭ ਤੋਂ ਮਹਿੰਗੀ ਧਰਤੀ ਆ। ਤੁਹਾਨੂੰ ਪਤਾ ਹੋਣਾ ਬਾਬਾ ਮੋਤੀ ਰਾਮ ਮਹਿਰਾ ਨੇ ਇੱਥੇ ਦੇਖੋ ਉਹਨਾਂ ਛੋਟੇ ਬੱਚਿਆਂ ਨੂੰ ਦੁੱਧ ਪਿਆਇਆ ਸੀ। ਤੇ ਦੀਵਾਨ ਟੋਡਰਮਲ ਜਿਹੜੇ ਸਾਡੇ ਹੈਗੇ ਨੇ, ਦੀਵਾਨ ਟੋਡਰਮਲ ਜੀ, ਉਹਨਾਂ ਨੇ ਖੜੀਆਂ ਮੋਹਰਾਂ ਕਰਕੇ ਉਹਨਾਂ ਦੀ ਸੰਸਕਾਰ ਵਾਸਤੇ ਜਗ੍ਹਾ ਖਰੀਦੀ ਸੀਗੀ ਮੁਗਲਾਂ ਤੋਂ। ਸ਼ਹੀਦਾਂ ਦੀ ਧਰਤੀ ਆ ਐਡੀ ਬੜੀ, ਇਹਨੂੰ ਅੱਜ ਤੱਕ ਅਣਗੌਲਿਆ ਗਿਆ ਸਿਰਫ ਇਹ ਬੰਨ ਦੇ ਵਿੱਚ। ਸਾਰਾ ਬੇਅੰਤ ਸਿੰਘ ਨੇ ਜ਼ਿਲ੍ਹਾ ਨੂੰ, ਇਹਨਾਂ ਨੂੰ ਜ਼ਿਲ੍ਹਾ ਘੋਸ਼ਿਤ ਕੀਤਾ ਸੀਗਾ। ਉਸ ਤੋਂ ਬਾਅਦ ਜ਼ਿਲ੍ਹਾ ਘੋਸ਼ਿਤ ਹੋ ਗਿਆ ਪਰ ਇਹਦੀ ਡਿਵੈਲਪਮੈਂਟ ਨਹੀਂ ਹੋਈ ਜਿਹੜੇ ਲੈਵਲ ਤੇ ਇਹਦੀ ਹੋਣੀ ਚਾਹੀਦੀ ਸੀਗੀ। ਯੂਨੀਵਰਸਿਟੀ ਤਾਂ ਬਣੀ ਹੋਈ ਹੈ। ਯੂਨੀਵਰਸਿਟੀ ਦਾ ਜੀ ਦੇਖੋ ਇੱਕ ਇਹ ਆ, ਇੱਕ ਸਿਰਫ ਤੇ ਸਿਰਫ ਜਿਹੜੀ ਬਣਾਈ ਸੀਗੀ ਯੂਨੀਵਰਸਿਟੀ, ਇਹ ਇੱਕ ਸਿਆਸਤ ਦੀ ਭੇਟ ਚੜੀ ਹੈ। ਔਰ ਯੂਨੀਵਰਸਿਟੀ ਬਣਾਈ ਸੀਗੀ, ਅੱਜ ਯੂਨੀਵਰਸਿਟੀ ਦੇ ਹਾਲਾਤ ਕੀ ਨੇ? ਅੱਜ ਯੂਨੀਵਰਸਿਟੀ ਨੂੰ ਸ਼੍ਰੋਮਣੀ ਕਮੇਟੀ ਚਲਾ ਰਹੀ ਹੈ। ਸ਼੍ਰੋਮਣੀ ਕਮੇਟੀ ਹਰਮੰਦਰ ਸਾਹਿਬ ਦੇ ਪੈਸੇ ਨਾਲ ਯੂਨੀਵਰਸਿਟੀ ਚੱਲ ਰਹੀ ਹੈ। ਯੂਨੀਵਰਸਿਟੀ ਆਪਣੇ ਪੈਸਿਆਂ ਨਾਲ ਨਹੀਂ ਚੱਲ ਰਹੀ। ਜਿਹੜੀ ਸਮੇਂ ਬਣਾਉਣੀ ਚਾਹੀਦੀ ਸੀਗੀ ਉਸ ਸਮੇਂ ਤਾਂ ਕੋਈ ਚੀਜ਼ ਬਣੀ ਹੋ ਨਹੀਂ ਹੈਗੀ। ਜਦੋਂ ਆਮ ਬਣ ਗਈ ਫੇਰ ਬਣਾਤੀ। ਅੱਜ ਆਪਾਂ ਨੂੰ ਮੈਡੀਕਲ, ਸਾਡੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਕੋਈ ਮੈਡੀਕਲ ਕਾਲਜ ਨਹੀਂ ਹੈਗਾ। ਸਾਨੂੰ ਲੋੜ ਅੱਜ ਮੈਡੀਕਲ ਕਾਲਜ ਦੀ। ਬਾਬਾ ਜੋਰਾਵਰ, ਬਾਬਾ ਫਤਿਹ ਸਿੰਘ ਦੇ ਨਾਂ ਦੇ ਉੱਤੇ ਮੈਡੀਕਲ ਕਾਲਜ ਸਾਡੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਬਣਨਾ ਚਾਹੀਦਾ। ਕੁਲਜੀਤ ਨਾਗਰਾ ਤਾਂ ਕਹਿੰਦੇ ਨੇ ਜਿੰਨੀਆਂ ਵੀ ਗ੍ਰਾਂਟਾਂ ਆਈਆਂ ਨੇ ਮੈਂ ਲਗਾਈਆਂ ਨੇ, ਕੰਮ ਕੀਤੇ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ। ਦੇਖੋ ਜੀ ਗੱਲ ਇਹ ਹੈ, ਗ੍ਰਾਂਟਾਂ, ਮੈਂ ਤੁਹਾਨੂੰ ਆਪਣੀ ਗੱਲ ਦੱਸਦਾ। ਮੇਰੀ ਡਾਕਟਰ ਇਨ ਲਾਅ ਪਿੰਡ ਦੀ ਸਰਪੰਚ ਹੈ। ਸਾਨੂੰ 1.5 ਲੱਖ ਰੁਪਈਆ ਐਸੀ ਧਰਮਸ਼ਾਲਾ ਵਾਸਤੇ ਆਇਆ ਸੀਗਾ ਤੇ ਮੈਂ ਮੇਰਾ ਖਿਆਲ ਹੈ 4 ਵਾਰ ਡੀਸੀ ਸਾਹਿਬ ਨੂੰ ਮਿਲ ਕੇ ਐਪਲੀਕੇਸ਼ਨਾਂ ਦੇ ਵੀ ਸਾਡਾ 1.5 ਲੱਖ ਰੁਪਏ ਦਾ ਚੈੱਕ ਨਹੀਂ ਦੇ ਰਹੇ। ਅੱਜ ਤੱਕ ਸਾਨੂੰ ਕੁਲਜੀਤ ਸਿੰਘ ਨਾਗਰਾ ਦੀ ਮਿਸਿਸ ਨੇ ਉਹ ਆਪਣੇ ਕੋਲ ਰੱਖਿਆ ਹੋਇਆ ਚੈੱਕ ਸਾਨੂੰ ਅੱਜ ਤੱਕ ਨਹੀਂ ਦਿੱਤਾ ਹੈ। ਔਰ ਦੂਜੀ ਗੱਲ, ਇਹ ਧੜੇਬੰਦੀ ਹੈ। ਧੜੇਬੰਦੀ ਜੀ, ਉਹੀ ਤਾਂ ਗੱਲ ਤੁਹਾਨੂੰ ਮਤਲਬ ਵੀ ਤਰੱਕੀ ਕਰ ਲੇਗਾ ਪਿੰਡ। ਇੱਕ ਸਵਾਲ ਹੈ, ਮੈਂ ਕਿਹਾ ਜਦੋਂ ਧੜੇਬੰਦੀ ਹੁੰਦੀ ਹੈ ਪਿੰਡ ਜਾਂ ਸ਼ਹਿਰ ਤਰੱਕੀ ਕਰਦਾ? ਨਹੀਂ ਜੀ, ਨਹੀਂ ਤੱਕ ਬਿਲਕੁਲ ਨਹੀਂ। ਭਾਈਬੰਦੀ 'ਚ ਤਰੱਕੀ ਹੁੰਦੀ ਹੈ। ਤੁਸੀਂ ਕਰਦੇ ਧੜੇਬੰਦੀ? ਧੜੇਬੰਦੀ ਮੈਂ ਬਿਲਕੁਲ ਨਹੀਂ। ਮੈਂ ਧੜੇਬੰਦੀ ਦੇ ਖਿਲਾਫ ਹਾਂ। ਕਿਉਂਕਿ ਮੈਂ ਹਮੇਸ਼ਾ, ਮੇਰਾ ਇੱਕ ਰਿਕਾਰਡ ਰਿਹਾ, ਮੈਂ ਜਦੋਂ ਪਹਿਲਾਂ ਅਕਾਲੀ ਦਲ ਦੇ ਵਿੱਚ ਰਿਹਾ ਨਾ, ਤੇ ਤਕਰੀਬਨ ਸਾਰੇ ਮਹਿਕਮੇ ਜਿਹੜੇ ਇਸ ਗੱਲ ਤੇ ਉਹ ਸੀਗੇ ਵੀ ਯਾਰ ਜਿਹੜਾ ਵੀ ਜਾਂਦਾ ਇਹਦੇ ਕੋਲ, ਪੁਲਿਸ ਕਾਲਾ ਮਹਿਕਮਾ ਖਾਸ ਕਰਕੇ, ਜਦੋਂ ਵੀ ਮੈਂ ਕੋਈ ਕੇਸ ਜਾਂਦਾ ਹੈ ਤਾਂ ਇਹ ਉੱਥੇ ਫਾਰਮ ਦੇ ਵਿੱਚ ਬੈਠ ਕੇ ਮਸਲਾ ਹੱਲ ਕਰਾ ਕੇ ਇੱਕ ਸਮਝੌਤਾ ਲਿਖ ਕੇ ਥਾਣੇ ਨੂੰ ਭੇਜ ਦਿੰਦੇ ਨੇ। ਸਮਾਂ ਪੁਲਿਸ ਮੇਰੇ ਤੋਂ ਇਸ ਗੱਲ ਤੋਂ ਤੰਗ ਸੀ। ਅਸੀਂ ਧੜੇਬੰਦੀ ਨਹੀਂ ਪੈਦਾ ਕੀਤੀ, ਅਸੀਂ ਨੇ ਲੋਕਾਂ ਨੂੰ ਜੋੜਿਆ ਸੀਗਾ। ਇਹ ਕੁਦਰਤ ਹੈ ਕਿ ਮੈਨੂੰ ਪ੍ਰਮਾਤਮਾ ਨੇ ਇੱਕ ਬਹੁਤ ਵੱਡੀ ਇਹ ਬਖਸ਼ਿਸ਼ ਕੀਤੀ ਹੋਈ ਕਿ ਮੈਂ ਫੈਸਲਾ ਕਰਾਉਣ ਦੇ ਵਿੱਚ ਤਕਰੀਬਨ ਮਾਹਰ ਹੁੰਨਾ, ਉਹ ਸક્ષਮ ਹੁੰਨਾ ਕਿ ਮੈਂ ਫੈਸਲਾ ਕਰਾ ਦਿੰਦਾ। ਸਿਮਰਜੀਤ ਮਾਨ ਵੀ ਇਸ ਏਰੀਏ ਦੇ ਨੇ। ਮਾਨ ਸਾਹਿਬ ਤੇ ਇੱਕੋ ਸਟੈਂਡ ਤੇ ਅੜੇ ਹੋਏ ਨੇ ਪਿਛਲੇ ਕਈ ਸਾਲਾਂ ਤੋਂ। ਜੀ ਦੇਖੋ, ਮਾਨ ਸਾਹਿਬ ਦਾ ਆਪ ਦਾ ਹੀ ਸੋਚ ਹੈ ਜੀ। ਉਹਨਾਂ ਦੀ ਸੋਚ ਉੱਤੇ ਬਾਰੇ ਤਾਂ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਵੱਡੀਆਂ ਇਲੈਕਸ਼ਨਾਂ ਲੜੀਆਂ, ਉਹਨਾਂ ਨੂੰ
ਇੱਕ ਵਾਰੀ ਪੰਜਾਬ ਨੇ 13 ਦੀਆਂ 13 ਸੀਟਾਂ ਦਿੱਤੀਆਂ ਸੀਗੀਆਂ, ਪਰ ਚਾਹੇ ਉਹਨਾਂ ਦਾ ਰਵੱਈਆ ਕਿਸ ਤਰੀਕੇ ਦਾ ਰਿਹਾ ਹੋਵੇ, ਉਸ ਤੋਂ ਬਾਅਦ ਲੋਕਾਂ ਨੂੰ ਗੱਲ ਨਹੀਂ ਚੰਗੀ ਲੱਗੀ ਹੈਗੀ, ਮੁੜ ਕੇ ਉਹਨਾਂ ਨੇ ਕਦੇ ਫਿਰ ਮੁੜ ਕੇ ਇਲੈਕਸ਼ਨ ਨਹੀਂ ਜਿੱਤੀ ਹੈਗੀ। ਮਾਨ ਸਾਹਿਬ ਨੇ ਕਈ ਲੋਕ ਇੱਥੇ ਵੀ ਹੈਗੇ ਮੌਜੂਦ ਜੋ ਚੱਲਦੇ ਨੇ ਨਾਲ। ਦੇਖੋ ਜੀ, ਬੜੇ ਲੋਕ ਨੇ ਜੀ, ਹਰ ਤਰ੍ਹਾਂ ਦੇ, ਕਿਉਂਕਿ ਧਾਰਮਿਕ ਹਲਕਾ, ਹਰ ਤਰ੍ਹਾਂ ਦੇ ਲੋਕ ਇਸ ਹਲਕੇ ਦੇ ਵਿੱਚ। ਕਿਸਾਨੀ ਮੋਰਚੇ ਚੋਂ ਨਿਕਲੀ ਪਾਰਟੀ ਹੈ ਸੰਯੁਕਤ ਸਮਾਜ ਮੋਰਚਾ, ਉਸ ਤੋਂ ਬਾਅਦ ਚਰੂਰੀ ਸਾਹਿਬ ਨੇ ਸੰਯੁਕਤ ਸੰਘਰਸ਼ ਪਾਰਟੀ ਬਣਾ ਲਈ ਹੈ, ਕਿਸਾਨ ਨਾਲ ਹੈਗੇ ਨੇ। ਬਿਲਕੁਲ ਜੀ, ਸਾਰੇ ਨਾਲ ਨੇ ਔਰ ਪੂਰਾ ਡਟ ਕੇ ਸਾਥ ਦੇ ਰਹੇ ਨੇ। ਮੈਂ ਕਹਿੰਦਾ ਸ਼ਾਇਦ ਪਹਿਲੀ ਵਾਰੀ ਹੋਇਆ, ਮੈਂ ਬੜੀਆਂ ਇਲੈਕਸ਼ਨਾਂ ਲੜੀਆਂ ਨੇ, GPC ਦੀਆਂ ਇਲੈਕਸ਼ਨ ਲੜੀਆਂ, ਜ਼ਿਲ੍ਹਾ ਪਰਿਸ਼ਦ ਦੀਆਂ ਇਲੈਕਸ਼ਨ, ਬਲਾਕ ਸਮਤੀਆਂ ਦੀਆਂ ਇਲੈਕਸ਼ਨ ਲੜੀਆਂ, ਸਰਪੰਚੀ ਦੀਆਂ ਇਲੈਕਸ਼ਨ ਲੜੀਆਂ, MLA ਦੀਆਂ ਇਲੈਕਸ਼ਨ ਲੜੀਆਂ, ਬੜੀਆਂ ਇਲੈਕਸ਼ਨ ਲੜੀਆਂ ਨੇ। ਪਰ ਜਿਹੜੀ ਆਹ ਇਲੈਕਸ਼ਨ ਹੈ, ਇਹ ਪਹਿਲੀ ਵਾਰੀ ਹੋਇਆ ਕਿ ਜਿਹੜੇ ਵੋਟਰ ਨੇ ਜਾਂ ਸਾਡੇ ਹੁਣ ਸਪੋਰਟਰ ਨੇ ਜਾਂ ਕਿਸਾਨਾਂ ਦੇ ਨਾਲ ਜੁੜੇ ਹੋਏ ਨੇ, ਉਹ ਆਪਣੇ ਆਪ ਫੋਨ ਕਰ ਰਹੇ ਨੇ ਵੀ ਬਾਈ ਜੀ ਤੁਸੀਂ ਸਾਡੇ ਕੋਲ ਕਿਉਂ ਨਹੀਂ ਆਏ ਹੈਗੇ। ਇਹ ਪਹਿਲੀ ਵਾਰੀ ਹੋਇਆ, ਨਹੀਂ ਅਸੀਂ ਜਾਂਦੇ ਹੁੰਦੇ ਸੀਗੇ ਵੀ ਬਾਈ ਸਾਡੀ ਸਪੋਰਟ ਕਰੋ, ਸਾਡੇ ਨਾਲ ਤੁਰੋ। ਹੁਣ ਆਪਣੇ ਆਪ ਲੋਕ ਤੁਰ ਰਹੇ ਨੇ। ਜਿੱਤ ਜਾਓਗੇ? ਕਿਉਂ ਜੀ, ਕਾਤੇ ਹਾਰਨ ਵਾਸਤੇ ਤਾਂ ਕੋਈ ਖੜਦੇ ਨਹੀਂ, ਜਿੱਤਣ ਵਾਸਤੇ ਹੀ ਖੜਦੇ ਆ। ਨਹੀਂ, ਸਾਰੇ ਜਿੱਤਣ ਵਾਸਤੇ ਖੜਦੇ, ਪਰ ਜਿੱਤਣਾ ਤਾਂ ਇੱਕ ਨਹੀਂ ਹੈ। ਬਿਲਕੁਲ, 5 ਪਾਰਟੀਆਂ ਨੇ, 5 ਚੋਂ ਜਿੱਤਣਾ ਤਾਂ ਇੱਕ ਨੇ ਨਾ। ਇਹ ਸ਼ਹੀਦਾਂ ਦੀ ਧਰਤੀ ਆ, ਜਿੱਥੇ ਸ਼ਹੀਦਾਂ ਦੀ ਕਿਰਪਾ ਨਾਲ ਐਡਾ ਬੜਾ ਦਿੱਲੀ ਤੋਂ ਮੋਰਚਾ ਜਿੱਤ ਲਿਆ, ਇਹ ਤਾਂ ਛੋਟੀ ਗੱਲ ਹੈ। ਕਿੰਨੇ ਪਿੰਡ ਪੈਂਦੇ ਨੇ ਫਤਿਹਗੜ੍ਹ ਸਾਹਿਬ? 170 ਪਿੰਡ ਪੈਂਦੇ ਜੀ। 170 ਪਿੰਡ ਨੇ, 174 ਪਿੰਡ ਪੈਂਦੇ ਨੇ, ਵੈਸੇ ਬੇਚਰਾਗ ਨੇ 4 ਪਿੰਡ ਤੇ 170। ਜੇ 170 ਪਿੰਡ ਵਿੱਚੋਂ ਹੁਣ ਸ਼ਹਿਰ ਦੀ ਗੱਲ ਕਰ ਲਈਏ, ਜੇ ਪਿੰਡਾਂ ਦੇ ਲੋਕ ਵੋਟ ਕਰ ਦਿੰਦੇ ਨੇ ਕਿਸਾਨ ਦੇ ਨਾਂ ਦੇ ਉੱਤੇ, ਜੇ ਵੋਟਿੰਗ ਹੋ ਜਾਂਦੀ ਹੈ ਤਾਂ ਉਹ ਤਾਂ ਫਿਰ ਲਾਜ਼ਮੀ ਤੁਸੀਂ ਜਿੱਤ ਜਾਓਗੇ। ਪਰ ਪਿੰਡਾਂ ਦੇ ਵਿੱਚ ਵੀ ਤਾਂ ਕਈ ਪਾਰਟੀਆਂ ਦੇ ਇੱਕ ਕਾਡਰ ਹੁੰਦਾ ਹੈ ਨਾ, ਸ਼੍ਰੋਮਣੀ ਅਕਾਲੀ ਦਲ ਹੈ, ਆਮ ਆਦਮੀ ਪਾਰਟੀ ਹੈ, ਕਾਂਗਰਸ ਹੈ। ਦੇਖੋ, ਇਸ ਵਾਰ ਜਿਹੜਾ ਕਾਡਰ ਹੈ ਨਾ, ਉਹ ਕਿਸੇ ਪਾਰਟੀ ਦਾ ਕਾਡਰ ਨਹੀਂ ਕਿਹਾ ਜਾ ਸਕਦਾ। ਮੋਰਚੇ ਨੇ ਇਸ ਵਾਰ ਸਾਰਿਆਂ ਦਾ ਕਾਡਰ ਹਿਲਾਤਾ, ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੀ ਹੁਣ ਕੋਈ ਵੋਟ ਦਾ ਰੌਲਾ ਨਹੀਂ ਹੈ, ਹੁਣ ਸਾਡੀ ਹੋਂਦ ਦਾ ਰੌਲਾ ਹੈ, ਹੁਣ ਸਾਡੀਆਂ ਜਾਇਦਾਦਾਂ ਦਾ ਰੌਲਾ ਹੈ, ਹੁਣ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਰੌਲਾ ਹੈ। ਹੁਣ ਸਾਡਾ ਅਸਲ ਦੇ ਵਿੱਚ ਜੇ ਸੋਚਿਆ ਜਾਵੇ, ਸਾਡੇ ਆਉਣ ਵਾਲੇ ਸਮੇਂ ਦਾ ਸਭ ਤੋਂ ਵੱਡਾ ਰੌਲਾ ਇਹ, ਮੈਂ ਇਲੈਕਸ਼ਨ ਨਹੀਂ ਲੜ ਰਿਹਾ, ਮੈਂ ਤਾਂ ਆਉਣ ਵਾਲੀ ਹੋਂਦ ਬਾਰੇ ਲੜ ਰਿਹਾ ਕਿ ਸਾਡੀ ਹੋਂਦ ਖਤਮ ਨਾ ਕਿਤੇ ਹੋ ਜਾਵੇ। ਕਿਉਂਕਿ ਅੱਜ ਜਿੰਨੀਆਂ ਵੀ ਰਵਾਇਤੀ ਪਾਰਟੀਆਂ ਨੇ, ਉਹ ਸਿਰਫ ਤੇ ਸਿਰਫ ਇੱਕੋ ਇੱਕ ਇੰਡਸਟਰੀ ਰਹਿ ਗਈ ਸੀਗੀ, ਖੇਤੀਬਾੜੀ, ਜਿਹੜੀ ਮੁਨਾਫੇ ਦੀ ਇੰਡਸਟਰੀ ਹੁੰਦੀ ਸੀਗੀ। ਅੱਜ ਇਹਨਾਂ ਲੋਕਾਂ ਨੇ ਉਹਨੂੰ ਘਾਟੇ ਦੀ ਇੰਡਸਟਰੀ ਬਣਾ ਕੇ ਤੇ ਉਹਨੂੰ ਕੈਪਚਰ ਕਰਨਾ ਚਾਹੁੰਦੇ ਨੇ। ਅੱਛਾ, ਲੋਕ ਤੁਹਾਨੂੰ ਵੋਟ ਕਿਉਂ ਕਰਨਾ? ਸਵਾਲ ਪਹਿਲਾਂ ਇਹ ਹੈ ਕਿ 5 ਪਾਰਟੀਆਂ ਨੇ ਹਰ ਜਗ੍ਹਾ ਦੇ ਉੱਤੇ, ਕਿਉਂਕਿ ਜੇ 5 ਪਾਰਟੀਆਂ ਮੌਜੂਦ ਨੇ, ਹਰ ਇੱਕ ਸ਼ਖਸ ਕਹਿੰਦਾ ਕਿ ਮੈਨੂੰ ਵੋਟ ਕਰੋ। ਤੁਹਾਨੂੰ ਕੀ ਲੋਕ ਕਿਉਂ ਵੋਟ ਕਰਨ? ਮੈਂ ਕੱਲੀ ਬਾਰੇ ਦੱਸਾਂ ਕਿ ਇਕੱਠਿਆਂ ਦੇ ਬਾਰੇ ਦੱਸ ਦੇਵਾਂ? ਨਹੀਂ, ਕੋਈ ਵੀ 2-3 ਮੁੱਦੇ। ਰਵਾਇਤੀ ਪਾਰਟੀਆਂ ਜੀ, ਦੇਖੋ ਹੁਣ ਮੈਂ ਕਾਂਗਰਸ ਦੇ ਵਿੱਚ ਰਿਹਾ, ਸਾਡੇ ਤੇ ਚੋਣ ਪ੍ਰਚਾਰ ਦਾ ਇਹ ਜ਼ੋਰ ਹੁੰਦਾ ਸੀਗਾ ਕਿ ਤੁਸੀਂ ਘਰ ਨੌਕਰੀ ਦੀ ਗੱਲ ਕਰੋ, ਤੁਸੀਂ ਇਕੱਲੇ ਨੂੰ ਕਹੋ ਕਿ ਅਸੀਂ ਇਹਨਾਂ ਨੂੰ ਲੈਪਟਾਪ ਦੇਵਾਂਗੇ, ਘਰ ਨੌਕਰੀ ਦੇਵਾਂਗੇ। ਉਹ ਕਿਸੇ ਨੂੰ ਨਹੀਂ ਮਿਲੀ। ਈਵਨ ਜਿਹੜੀਆਂ ਹੁਣ 36000 ਨੌਕਰੀਆਂ ਦੀ ਗੱਲ ਕਰਦੇ ਤੇ ਕੋਈ ਕਹਿੰਦਾ ਫਾਈਲ ਕਿਤੇ ਪਈ ਆ, ਕੋਈ ਕਿਤੇ ਪਈ ਆ, ਕੋਈ ਕਿਤੇ ਪਈ, ਉਹਦੇ ਬੋਰਡ ਵੀ ਲੱਗ ਗਏ। ਹਾਲਾਂਕਿ ਉਹ ਜਿਹੜੇ ਲੋਕ ਪਹਿਲਾਂ ਹੀ ਨੌਕਰੀ ਕਰ ਰਹੇ ਸੀਗੇ, ਉਹਨਾਂ ਨੂੰ ਜੀ ਪੱਕੇ ਕਰਤਾ, ਕੋਈ ਨੌਕਰੀ ਦੇਣਾ ਥੋੜੀ ਹੈ। ਜੋ ਲੋਕਾਂ ਨਾਲ ਇਹ ਮਜ਼ਾਕ ਕੀਤਾ ਗਿਆ। BJP ਦਾ ਮੁੱਦਾ ਸੀ ਕਿ 15 ਲੱਖ ਰੁਪਏ ਦੇਵਾਂਗੇ, 2 ਕਰੋੜ ਨੌਕਰੀ ਦੇਵਾਂਗੇ, ਉਹ ਵੀ ਫਲੋਪ ਹੋ ਗਿਆ। ਉਸ ਤੋਂ ਬਾਅਦ ਜਿਹੜੇ ਮੁੱਦੇ ਅਸਲ ਮੁੱਦੇ ਉਦੋਂ ਹੁੰਦੇ ਸੀ, BJP ਕੀ ਕਹਿੰਦੀ ਸੀ? ਜਦੋਂ ਸਿਮਰਤੀ ਇਰਾਨੀ ਉਹਨੇ ਸਿਲੰਡਰ ਸਿਰ ਦੇ ਉੱਤੇ ਰੱਖ ਕੇ ਰੌਲਾ ਪਾਉਂਦੇ ਸੀ ਡਾਕਟਰ ਮਨਮੋਹਨ ਸਿੰਘ ਦੇ ਖਿਲਾਫ, ਇੰਨੇ ਦਾ ਸਿਲੰਡਰ ਹੋ ਗਿਆ, ਇੰਨੇ ਦਾ ਉਹ ਤਾਂ 200-250 ਰੁਪਏ ਦਾ ਸਿਲੰਡਰ ਸੀਗਾ, ਹੁਣ 1000 ਨੂੰ ਹੋਇਆ ਫਿਰਦਾ। ਹੁਣ ਕਿਉਂ ਨਹੀਂ ਰੌਲਾ ਪਾਉਂਦੇ? ਇਹ ਮੁੱਦੇ ਤਾਂ ਇਹ ਨੇ ਅਸਲੀ ਗੱਲ। ਜਿਹੜੀ ਦੂਜੀ ਗੱਲ, ਸਾਡੀ ਇੱਕ ਪੰਥਕ ਪਾਰਟੀ ਸੀ ਅਕਾਲੀ ਦਲ, ਜਿਹੜੀ ਕਿ ਆਪਣੇ ਅਸੂਲਾਂ ਤੋਂ ਗਿਰ ਗਈ। ਕਿਉਂਕਿ ਹੁਣ ਤੁਸੀਂ ਦੇਖ ਹੀ ਰਹੇ ਹੋ, ਵੋਟ ਤਾਂ ਉਹਨਾਂ ਦੀ ਵੀ ਹੋਏਗੀ ਪਿੰਡਾਂ 'ਚ। ਦੇਖੋ ਜੀ, ਹਰ ਇੱਕ, ਮੈਂ ਤੁਹਾਨੂੰ ਫਿਰ ਦੁਬਾਰਾ ਕਹਿਣਾ, ਹਰ ਇੱਕ ਕਿਤੇ ਨਾ ਕਿਤੇ ਤਾਂ ਇਹ ਹੈਗਾ, ਹਾਲੇ ਵੀ ਮਾੜਾ ਮੋਟਾ ਹੈ, ਪਰ ਉਹ ਗੱਲ ਨਹੀਂ ਹੈ ਜਿਹੜੀ ਪਹਿਲਾਂ ਹੁੰਦੀ ਸੀ। ਪਹਿਲਾਂ ਲੋਕ ਸਾਨੂੰ ਆਪ ਆਵਾਜ਼ਾਂ ਮਾਰਦੇ ਹੁੰਦੇ ਸੀ ਵੀ ਸਾਡੇ ਕੋਲ ਆਓ। ਹੁਣ ਉਹ ਅਕਾਲੀ ਦਲ ਅੱਜ ਮਿੰਨਤਾਂ ਕਰਦਾ ਫਿਰਦਾ ਲੋਕਾਂ ਦੀ, ਯਾਰ ਕੁਛ ਤਾਂ ਪਾ ਦਿਓ। ਅਕਾਲੀ ਦਲ ਅੱਜ ਮਿੰਨਤਾਂ ਕਰਦਾ ਫਿਰਦਾ ਵੀ ਕੁਛ ਤਾਂ ਪਾ ਦਿਓ। ਕਿਉਂਕਿ ਕੋਈ ਟਾਈਮ ਸੀ ਅਕਾਲੀ ਦਲ ਦੀ ਟਿਕਟ ਲੈਣ ਵਾਸਤੇ ਲੋਕ ਲਾਈਨਾਂ 'ਚ ਲੱਗਦੇ ਸੀਗੇ। ਅੱਜ ਕੀ ਹਾਲਾਤ ਨੇ? ਲੁਕਦੇ ਫਿਰਦੇ ਆ ਲੋਕ। ਸੋ ਇਹੀ ਹਾਲ ਕਾਂਗਰਸ ਦਾ। ਹੁਣ ਕਾਂਗਰਸ ਨੇ ਪਹਿਲਾਂ ਕਹਿੰਦੇ ਵੀ ਨਵੀਆਂ ਟਿਕਟਾਂ ਦੇਵਾਂਗੇ, ਨਵੇਂ ਬੰਦੇ ਬਦਲਾਂਗੇ। ਹੁਣ ਕਿਹੜਿਆਂ ਨੂੰ ਦਿੱਤੀਆਂ ਨੇ? ਉਹੀ ਬੰਦੇ ਫੇਰ ਆ ਗਏ ਦੁਬਾਰਾ, ਜਿਹੜਿਆਂ ਨੇ ਪਿੰਡਾਂ ਦੇ ਵਿੱਚ ਜਾ ਕੇ, ਸਾਡੇ ਵਰਗਿਆਂ ਨੇ ਵੀ ਜਾ ਕੇ ਸਪੀਚਾਂ ਕੀਤੀਆਂ ਸੀਗੀਆਂ ਵੀ ਤੁਹਾਨੂੰ ਜੀ ਕਣਕ, ਆਟਾ, ਦਾਲ ਤਾਂ ਚੱਲਦੀ, ਉਹ ਚੱਲਦੇ ਨਾਲ ਚਾਹ ਪੱਤੀ ਤੇ ਚੀਨੀ ਵੀ ਦੇਵਾਂਗੇ। ਕੀ ਇਹ ਸੱਚ ਸੀ ਗੱਲਾਂ? ਸਾਨੂੰ ਵੱਡੇ ਥੋਂ ਬਿਠਾਲ ਕੇ ਇੱਕੋ ਹੀ ਗੱਲ ਕਹੀ ਜਾਂਦੀ ਹੁੰਦੀ ਸੀਗੀ ਮੀਟਿੰਗਾਂ ਦੇ ਵਿੱਚ ਵੀ ਯਾਰ ਤੁਸੀਂ ਆਹ ਵੀ ਕਹਿਣਾ। ਉਸ ਝੂਠ ਤੋਂ ਪਰੇ ਹੋ ਕੇ ਹੁਣ ਜੇ ਤੁਸੀਂ ਗੱਲ ਕਰੋਗੇ ਮੁੱਦੇ ਦੀ,
ਮੁੱਦਾ ਤਾਂ ਅਸਲ ਦੇ ਵਿੱਚ ਮੁੱਦਾ ਹੁਣ ਕੋਈ ਇਹ ਨਹੀਂ ਹੈਗਾ ਵੀ ਅਸੀਂ ਮੁੱਦੇ ਗਣਾਉਣ ਲੱਗ ਜੇ ਵੀ ਆਹ ਕਰਾਂਗੇ ਆਹ ਕਰਾਂਗੇ ਆਹ ਕਰਾਂਗੇ ਜਾਂ 1000 ਰੁਪਇਆ ਬੀਬੀਆਂ ਨੂੰ ਦਿਆ ਕਰਾਂਗੇ ਜਾਂ ਫਲਾਣਾ ਕਰਾਂਗੇ। ਇਹ ਤਾਂ ਮੁੱਦਾ ਹੀ ਨਹੀਂ ਹੈ। ਹੁਣ ਤਾਂ ਮੁੱਦਾ ਸਿਰਫ ਇੱਕ ਰਹਿ ਗਿਆ ਵੀ ਸੱਚ ਬੋਲਣਾ। ਸੱਚ ਬੋਲ ਕੇ ਜਿੱਤ ਲਓਗੇ? ਬਿਲਕੁਲ, ਸੱਚ ਦੀ ਹਮੇਸ਼ਾ ਜਿੱਤ ਹੁੰਦੀ ਆ। ਹੁਣ ਸੱਚ ਬੋਲ ਕੇ ਜਿੱਤੇ ਆ। ਐਡੇ ਬੜੇ ਪ੍ਰਾਈਮ ਮਿਨਿਸਟਰ ਨੇ ਜਿਹੜੇ ਜਿਨ੍ਹਾਂ ਨੇ ਕਾਨੂੰਨ ਵੀ ਵਾਪਸ ਕੀਤੇ ਤੇ ਮਾਫੀ ਵੀ ਮੰਗੀ। ਇਹ ਸੱਚ ਨਾਲ ਹੀ ਸੱਚ ਬੋਲ ਕੇ ਜਿੱਤਿਆ ਜਾਊਗਾ ਕਿ ਮੁੱਦੇ ਤੇ ਜਿੱਤਿਆ ਬਿਲਕੁਲ ਜਾਊਗਾ? ਨਹੀਂ, ਮੁੱਦੇ ਵੀ ਹੋਣੇ ਚਾਹੀਦੇ ਨਾਲ ਨਾ। ਮੁੱਦੇ ਤਾਂ ਦੇਖੋ ਹੈਗੇ ਨੇ, ਪਰ ਜੇ ਅਸੀਂ ਸੱਚ ਬੋਲਾਂਗੇ ਤਾਂ ਉਹ ਅਸਲ ਮੁੱਦਾ ਤਾਂ ਸੱਚ ਹੈ। ਲੋਕ ਯਕੀਨ ਕਰਨਗੇ ਸੱਚ ਕਰਨਗੇ ਜੀ। ਹੁਣ ਲੋਕ ਝੂਠ ਤੋਂ ਸੱਚ ਤਾਂ ਹਰ ਇੱਕ ਲੀਡਰ ਕਹਿੰਦਾ ਮੈਂ ਬੋਲਦਾ। ਮੈਂ ਕਹਿੰਦਾ ਜੀ ਬਾਕੀ ਪਾਰਟੀਆਂ ਦੇ ਲੀਡਰ ਕਹਿੰਦੇ ਨੇ ਕਿ ਮੈਂ ਸੱਚ ਬੋਲਦਾ। ਤੁਸੀਂ ਵੀ ਉਹੀ ਗੱਲ ਕਰਦੇ ਕਿ ਮੈਂ ਸੱਚ ਬੋਲੂੰਗਾ। ਬਾਕੀਆਂ ਦਾ ਸਾਰਿਆਂ ਦਾ ਪਤਾ ਲੱਗ ਗਿਆ ਨੇ ਸੱਚ ਬੋਲਦੇ ਨੇ ਕਿ ਝੂਠ ਬੋਲਦੇ ਨੇ। ਹੁਣ ਕੇਜਰੀਵਾਲ ਸਾਹਿਬ ਕਹਿੰਦੇ ਨੇ ਵੀ 1000 ਰੁਪਇਆ ਮਹੀਨਾ ਸੀ ਜਿਹੜੀ 18 ਸਾਲ ਤੋਂ ਉੱਪਰ ਲੇਡੀ ਹੈਗੀ ਆ ਅਸੀਂ ਉਹਨਾਂ ਨੂੰ ਦੇਵਾਂਗੇ। ਮੈਨੂੰ ਐ ਤਾਂ ਦੱਸਣ ਦੇਣਗੇ ਕਿੱਥੋਂ 3,25,000 ਕਰੋੜ ਦਾ ਪੰਜਾਬ ਕਰਜ਼ਈ ਹੈ। 75 ਸਾਡੀ 62,000 ਕੇ 65,000 ਸਾਡੀ ਐਨੂਅਲ ਇਨਕਮ ਹੈ। 75,000 ਸਾਡੇ ਖਰਚੇ ਨੇ ਤੇ ਇਹ 82,000 ਕਰੋੜ ਰੁਪਏ ਦਾ ਜਿਹੜਾ ਨਵਾਂ ਬਜਟ ਹੈ ਇਹ ਕਿਵੇਂ ਕਰ ਦੇਣਗੇ? ਸਮਝ ਤੋਂ ਬਾਹਰ ਹੈ। ਦਿੱਲੀ ਤੋਂ ਲਿਆਉਣਗੇ ਇਹ। ਹੁਣ ਤੁਸੀਂ ਦੇਖਿਆ ਨਾ ਹਰ ਜਗ੍ਹਾ ਲਿਖਿਆ ਹੋਇਆ ਇੱਕ ਮੌਕਾ ਕੇਜਰੀਵਾਲ ਕੋ, ਇੱਕ ਮੌਕਾ ਕੇਜਰੀਵਾਲ ਨੂੰ। ਤੁਸੀਂ ਮੈਨੂੰ ਐ ਦੱਸੋ ਜਿਸ ਕੇਜਰੀਵਾਲ ਨੂੰ ਪੰਜਾਬ ਦੀ ਪਰਾਲੀ ਦੇ ਧੂਏ ਤੋਂ ਅਲਰਜੀ ਹੈ, ਸਾਡੇ ਸਿੱਖਾਂ ਤੋਂ ਅਲਰਜੀ ਹੈ ਤੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਸਜ਼ਾ ਹੈ ਉਹ ਪੂਰੀ ਹੋ ਚੁੱਕੀ ਹੈ। ਉਹਦੀ 3 ਵਾਰ ਫਾਈਲ ਰਿਜੈਕਟ ਕਰਤੀ। ਉਹ ਫਾਈਲ ਜਦ ਕਿ ਹਾਲਾਂਕਿ ਦੇਖੋ ਮੈਂ ਨਹੀਂ ਕਹਿੰਦਾ ਹੈਗਾ ਕਿਸੇ ਨੇ ਕ੍ਰਾਈਮ ਕੀਤਾ। ਬੜੇ ਲੋਕ ਨੇ ਜਿਹੜੇ 302 ਦਾ ਮਰਡਰ ਕਰਕੇ ਜਾਂਦੇ ਨੇ, ਉਹ ਸਜ਼ਾ ਭੁਗਤਦੇ ਨੇ, ਉਹਦੇ ਬਾਅਦ ਉਹਨਾਂ ਦਾ ਨਕਸ਼ਾ ਪਾਸ ਹੁੰਦਾ, ਸਾਈਨ ਹੁੰਦੇ ਨੇ, ਕਿਉਂਕਿ ਇਹ ਕਾਨੂੰਨ ਹੈ। ਇਹ ਕਿਹੜਾ ਕਾਨੂੰਨ ਹੈ ਵੀ ਇੱਕ ਬੰਦੇ ਨੇ ਸਜ਼ਾ ਵੀ ਪੂਰੀ ਕਰ ਲਈ ਹੋਵੇ ਤੇ ਉਹਨੂੰ ਇਹ ਛੱਡਣੇ ਨਾ ਤੇ ਉਹਦੇ ਤੇ ਮੁੱਖ ਮੰਤਰੀ ਦੇ ਉਹ ਕਹਿੰਦੇ ਕਾਨੂੰਨ ਆਪਣੇ ਹਿਸਾਬ ਨਾਲ ਕੰਮ ਕਰਦਾ। ਨਹੀਂ ਜੀ, ਨਹੀਂ। ਕਾਨੂੰਨ ਆਪਣੇ ਹਿਸਾਬ ਨਾਲ ਜੇ ਕੰਮ ਕਰਦਾ ਹੋਵੇ ਕਾਨੂੰਨ, ਇਹ ਗਰੀਬ ਵਾਸਤੇ ਹੋਰ ਕਾਨੂੰਨ ਆ ਤੇ ਅਮੀਰ ਵਾਸਤੇ ਕਾਨੂੰਨ ਹੋਰ ਆ। ਵੱਡੇ ਲੀਡਰਾਂ ਵਾਸਤੇ ਕਾਨੂੰਨ ਹੋਰ ਆ, ਛੋਟਿਆਂ ਵਾਸਤੇ ਹੋਰ ਆ। ਕਾਨੂੰਨ ਹੀ ਹਿੰਦੁਸਤਾਨ ਦੇ ਵਿੱਚ ਸਾਰਾ ਕੁਝ ਰੌਲਾ ਪਾਈ ਜਾਂਦਾ ਹੁਣ। ਅੱਛਾ, ਮੇਰਾ ਇੱਕ ਆਖਰੀ ਸਵਾਲ ਹੈ ਕਿ ਜੋ ਕਿਸਾਨ ਨੇ, ਕਿਸਾਨੀ ਪਾਰਟੀ ਹੁਣ ਆਈ ਹੈ, ਤੁਸੀਂ ਉਸ ਦੇ ਉਮੀਦਵਾਰ ਹੈਗੇ ਹੋ ਫਤਿਹਗੜ੍ਹ ਸਾਹਿਬ ਤੋਂ ਜੀ, ਕਿ ਜੋ ਕਿਸਾਨ ਦਿੱਲੀ ਦੀ ਬਰੂਹਾਂ ਤੇ ਬੈਠਾ ਸੀ ਜੀ, ਜੋ ਦਿੱਲੀ ਦੀ ਬਰੂਹਾਂ ਤੇ ਬੈਠ ਕੇ ਕਿਸਾਨ ਕਹਿ ਰਿਹਾ ਸੀ ਅਸੀਂ ਇਸ ਸਮੇਂ ਸ਼ਰਾਬ ਤੇ ਵੋਟ ਨਹੀਂ ਕਰਾਂਗੇ, ਅਸੀਂ ਪੈਸੇ ਲੈ ਕੇ ਵੋਟ ਨਹੀਂ ਕਰਾਂਗੇ, ਆਪਦਾ ਉਮੀਦਵਾਰ ਦੇਖ ਕੇ ਵੋਟ ਕਰਾਂਗੇ। ਹਾਂਜੀ। ਉਹ ਕਿਸਾਨ ਅੰਬਾਲਾ ਟੱਪ ਕੇ ਬਦਲਤਾ ਨਹੀਂ ਗਿਆ? ਨਹੀਂ, ਜਿਹੜਾ ਕਿਸਾਨ ਆ ਉਹ ਨਹੀਂ ਬਦਲਿਆ। ਜਿਹੜਾ ਇਹਨਾਂ ਦਾ ਕਾਡਰ ਹੈ ਉਹ ਉੱਥੇ ਹੀ ਖੜਾ ਥੋੜਾ ਬਹੁਤਾ। ਜਿਹੜਾ ਕਿਸਾਨ ਆ ਉਹ ਨਹੀਂ ਬਦਲਿਆ। ਕਿਸਾਨ ਇਸ ਵਾਰ ਸਾਨੂੰ ਇਹ ਗੱਲ ਕਹਿੰਦੇ ਨੇ ਵੀ ਨਾ ਕੋਈ ਨਸ਼ਾ ਨਹੀਂ ਵੰਡਣਾ, ਲੋੜ ਵੀ ਨਹੀਂ ਵੰਡਣ ਦੀ, ਕੋਈ ਪੈਸਾ ਨਹੀਂ ਵੰਡਣਾ, ਤੁਹਾਡੇ ਨਾਲ ਖੜੇ ਨੇ। ਤੇ ਸਾਰੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਸਰਬਜੀਤ ਸਿੰਘ ਮੱਖਣ। ਇੰਟਰੋ ਕਰਨ ਦਾ ਹੀ ਮਕਸਦ ਸੀ ਕਿ ਕਿਸਾਨੀ ਮੋਰਚੇ ਵਿੱਚ ਇੱਕ ਪਾਰਟੀ ਨਿਕਲਦੀ ਹੈ SSM। ਉਸ ਤੋਂ ਬਾਅਦ ਉਸ ਤੋਂ ਪਹਿਲਾਂ ਚੜੂੜੀ ਸਾਹਿਬ ਵੀ ਅਨਾਉਂਸਮੈਂਟ ਕਰ ਦਿੰਦੇ ਨੇ। ਤਾਂ ਹੁਣ ਉਮੀਦਵਾਰ ਲਾਣੇ ਗਏ ਨੇ। ਚੋਣ ਨਿਸ਼ਾਨ ਚੜੂੜੀ ਸਾਹਿਬ ਦਾ ਕੱਪ ਤੇ ਪਲੇਟ ਆ, ਉਸ ਉੱਪਰ ਚੋਣਾਂ ਲੜਦੇ ਨੇ ਫਤਿਹਗੜ੍ਹ ਸਾਹਿਬ ਤੋਂ। ਤਾਂ ਤੁਹਾਨੂੰ ਬਾਕੀ ਹਲਕਿਆਂ ਦਾ ਵੀ ਮਿਜਾਜ ਦੱਸਾਂਗੇ, ਬਾਕੀ ਉਮੀਦਵਾਰ ਹਲਕਿਆਂ ਵਿੱਚ ਕੀ ਕਹਿੰਦੇ ਨੇ। ਪੰਜਾਬ ਕਿੱਧਰ ਨੂੰ ਜਾਊਗਾ ਇਹ ਤਾਂ 20 ਫਰਵਰੀ ਨੂੰ ਪਤਾ ਲੱਗੂਗਾ ਤੇ 10 ਮਾਰਚ ਵਿੱਚ ਜੋ ਕਿਸਮਤ ਬੰਦ ਹੋਏਗੀ EVM ਦੇ ਵਿੱਚ ਉਹ ਖੁੱਲੇਗੀ। ਤਾਂ ਸਾਡੇ ਨਾਲ ਜੁੜੇ ਰਹਿਣਾ ਪੰਜਾਬ ਨਿਊਜ਼ ਦੇ ਨਾਲ, ਤੁਹਾਨੂੰ ਅਸੀਂ ਪਲ ਪਲ ਦੀ ਅਪਡੇਟ ਹਲਕਿਆਂ ਤੋਂ ਦਿੰਦੇ ਰਹਾਂਗੇ।